ਹੁਣ ਅਸੀਂ ਡੇਰਿਆਂ ਦੇ ਪਰਵ ਦੀ ਦੁਪਹਿਰ ਦੀ ਆਸ਼ੀਸ਼ਿਤ ਪਵਿੱਤਰ ਸਭਾ ਸ਼ੁਰੂ ਕਰਾਂਗੇ। ਪਰਮੇਸ਼ਵਰ ਤੁਹਾਨੂੰ ਆਸ਼ੀਸ਼ ਦੇਣ। ਮੈਨੂੰ ਆਸ ਹੈ ਕਿ ਤੁਸੀਂ ਇਸ ਪਰਵ ਦੇ ਦੌਰਾਨ ਬਹੁਤ ਆਸ਼ੀਸ਼ ਪ੍ਰਾਪਤ ਕਰੋਗੇ। ਪਵਿੱਤਰ ਆਤਮਾ ਦੀ ਭਰਪੂਰ ਆਸ਼ੀਸ਼ ਪ੍ਰਾਪਤ ਕਰੋ। ਅੱਜ 3 ਵਾਰ ਵਿੱਚ 7 ਪਰਵਾਂ ਵਿੱਚੋਂ ਆਖਰੀ ਪਰਵ ਹੈ। ਡੇਰਿਆਂ ਦੇ ਪਰਵ ਦੀ ਇੱਕ ਪਵਿੱਤਰ ਸਭਾ ਹੈ। ਅੱਜ ਤੋਂ ਇੱਕ ਹਫ਼ਤੇ ਲਈ ਦੁਨੀਆ ਭਰ ਦੇ ਸਿਓਨ ਦੀਆਂ ਸਾਰੀਆਂ ਸੰਤਾਨਾਂ ਪ੍ਰਚਾਰ ਸਮਾਰੋਹ ਵਿੱਚ ਹਿੱਸਾ ਲੈਣਗੀਆਂ। ਅਸੀਂ ਇਸ ਪ੍ਰਚਾਰ ਸਮਾਰੋਹ ਦੁਆਰਾ ਪਵਿੱਤਰ ਆਤਮਾ ਦਾ ਅੰਦੋਲਨ ਕਰਾਂਗੇ। ਅੱਜ ਆਓ ਅਸੀਂ ਪਵਿੱਤਰ ਆਤਮਾ ਦਾ ਅੰਦੋਲਨ ਅਤੇ ਪ੍ਰਚਾਰ ਇਸ ਉਪਦੇਸ਼ ਲੇਖ ਨਾਲ ਪਰਮੇਸ਼ਵਰ ਦੇ ਵਚਨਾਂ ਨੂੰ ਸਾਂਝਾ ਕਰਨ ਦਾ ਸਮਾਂ ਲਈਏ। ਪਵਿੱਤਰ ਆਤਮਾ ਦੇ ਅੰਦੋਲਨ ਦਾ ਪਤਾ 2000 ਸਾਲ ਪਹਿਲਾਂ ਤੋਂ ਲਗਾਇਆ ਜਾ ਸਕਦਾ ਹੈ। ਜਦੋਂ ਪਰਮੇਸ਼ਵਰ ਨੇ ਮਰਕੁਸ ਦੇ ਉੱਪਰਲੇ ਕਮਰੇ ਵਿੱਚ ਪੈਂਤੇਕੁਸਤ ਦੇ ਦਿਨ ਤੇ ਪਹਿਲੇ ਮੀਂਹ ਦਾ ਪਵਿੱਤਰ ਆਤਮਾ ਬਰਸਾਇਆ ਸੀ। ਸਭ ਤੋਂ ਪਹਿਲਾਂ ਖੁਸ਼ਖਬਰੀ ਸ਼ਾਂਤੀ ਨਾਲ ਯਰੂਸ਼ਲਮ ਦੇ ਇੱਕ ਪਾਸੇ ਖੇਤਰ ਵਿੱਚ ਫੈਲ ਗਈ। ਉਸ ਤੋਂ ਬਾਅਦ ਇਹ ਪਵਿੱਤਰ ਆਤਮਾ ਦੇ ਅੰਦੋਲਨ ਦੁਆਰਾ ਉਤੇਜਿਤ ਹੋ ਕੇ ਦੁਨੀਆ ਭਰ ਵਿੱਚ ਫੈਲਣ ਲੱਗੀ। ਜਿਵੇਂ ਮੈਂ ਤੁਹਾਨੂੰ ਸਵੇਰ ਦੀ ਆਰਾਧਨਾ ਦੇ ਦੌਰਾਨ ਦੱਸਿਆ ਸੀ, ਪੈਂਤੇਕੁਸਤ ਦਾ ਪਹਿਲੇ ਮੀਂਹ ਦਾ ਪਵਿੱਤਰ ਆਤਮਾ ਭਵਿੱਖਬਾਣੀ ਦੇ ਅਨੁਸਾਰ ਵਾਪਸ ਲੈ ਲਿਆ ਗਿਆ ਸੀ। ਹਾਲਾਂਕਿ ਡੇਰਿਆਂ ਦੇ ਪਰਵ ਦੇ ਦਿੱਤੇ ਗਏ ਪਵਿੱਤਰ ਆਤਮਾ ਨੂੰ ਕਦੇ ਵਾਪਸ ਨਹੀਂ ਲਿਆ ਜਾਵੇਗਾ, ਕਿਉਂਕਿ ਪਰਮੇਸ਼ਵਰ ਨੇ ਸਾਡੇ ਤੇ ਭਰਪੂਰ ਪਵਿੱਤਰ ਆਤਮਾ ਡੋਲ ਦਿੱਤਾ। ਤਦ ਇਹ ਪਵਿੱਤਰ ਆਤਮਾ ਦਾ ਅੰਦੋਲਨ ਕਦੇ ਨਹੀਂ ਰੁਕਣਾ ਚਾਹੀਦਾ। ਇਸ ਦੀ ਬਜਾਏ ਇਹ ਉਦੋਂ ਤੱਕ ਜਾਰੀ ਰਹਿਣਾ ਚਾਹੀਦਾ ਹੈ ਜਦੋਂ ਤੱਕ ਪਰਮੇਸ਼ਵਰ ਆਖਰੀ ਨਿਆਂ ਦੇ ਲਈ ਨਹੀਂ ਆਉਂਦੇ ਹਨ। ਬਾਈਬਲ ਦੇ ਅਨੁਸਾਰ ਇਸ ਦਾ ਨਤੀਜਾ ਕੀ ਹੈ ਕਿ ਅਸੀਂ ਪਵਿੱਤਰ ਆਤਮਾ ਪ੍ਰਾਪਤ ਕੀਤਾ ਹੈ। ਜੋ ਕੋਈ ਪਵਿੱਤਰ ਆਤਮਾ ਪ੍ਰਾਪਤ ਕਰਦਾ ਹੈ ਉਹ ਚੁੱਪ ਨਹੀਂ ਰਹਿ ਸਕਦਾ, ਕਿਉਂਕਿ ਪਰਮੇਸ਼ਵਰ ਦਾ ਵਚਨ ਪ੍ਰਚਾਰ ਕਰਨ ਦੀ ਇੱਛਾ ਉਸ ਦੇ ਅੰਦਰ ਬਹੁਤ ਬਲਦੀ ਹੈ। ਇਸ ਲਈ ਸਾਨੂੰ ਪਵਿੱਤਰ ਆਤਮਾ ਦੀ ਅੱਗ ਨੂੰ ਨਹੀਂ ਬੁਝਾਉਣਾ ਚਾਹੀਦਾ, ਪਰ ਸਾਰੀ ਮਨੁੱਖ ਜਾਤੀ ਦੇ ਨਾਲ ਪਵਿੱਤਰ ਆਤਮਾ ਦੀ ਕਿਰਪਾ ਨੂੰ ਸਾਂਝਾ ਕਰਨਾ ਚਾਹੀਦਾ ਹੈ। ਜਿੰਨਾ ਜ਼ਿਆਦਾ ਅਸੀਂ ਦੂਜਿਆਂ ਦੇ ਨਾਲ ਸਾਂਝਾ ਕਰਦੇ ਹਾਂ, ਸਾਡੇ ਅੰਦਰ ਦੀ ਅੱਗ ਵੀ ਉਨੀ ਹੀ ਮਜ਼ਬੂਤ ਹੁੰਦੀ ਜਾਂਦੀ ਹੈ। ਸੰਸਾਰ ਵਿੱਚ ਜਦ ਵੀ ਸ਼ਾਰੀਰਿਕ ਤਾਕਤ ਜਿੰਨੀ ਜ਼ਿਆਦਾ ਵੰਡੀ ਜਾਂਦੀ ਹੈ ਤਦ ਉਹ ਕਮਜ਼ੋਰ ਹੋ ਜਾਂਦੀ ਹੈ, ਪਰ ਆਤਮਿਕ ਦੁਨੀਆ ਵਿੱਚ ਜਿੰਨਾ ਜ਼ਿਆਦਾ ਪਵਿੱਤਰ ਆਤਮਾ ਵੰਡਿਆ ਜਾਂਦਾ ਹੈ ਉਹ ਓਨਾ ਹੀ ਮਜ਼ਬੂਤ ਹੋ ਜਾਂਦਾ ਹੈ। ਜਦੋਂ ਪਰਮੇਸ਼ਵਰ ਪਵਿੱਤਰ ਆਤਮਾ ਨੂੰ ਡੋਲਦੇ ਹਨ ਤਾਂ ਪਰਮੇਸ਼ਵਰ ਪ੍ਰਚਾਰ ਕਰਨ ਲਈ ਕਿਰਪਾ ਦਾ ਸਮਾਂ ਵੀ ਪ੍ਰਦਾਨ ਕਰਦੇ ਹਨ। ਆਓ ਅਸੀਂ ਰਸੂਲਾਂ ਦੇ ਕਰਤੱਵ ਦੇ ਪਹਿਲੇ ਅਧਿਆਇ ਉੱਤੇ ਨਜ਼ਰ ਮਾਰੀਏ। ਰਸੂਲਾਂ ਦੇ ਕਰਤੱਵ ਅਧਿਆਇ 1 ਵਚਨ 6। ਸੋ ਜਾਂ ਉਹ ਇਕੱਠੇ ਹੋਏ ਤਾਂ ਉਹਨਾਂ ਉਸ ਤੋਂ ਪੁੱਛਿਆ ਕਿ ਪ੍ਰਭੂ ਜੀ, ਕਿ ਤੂੰ ਇਸ ਵੇਲੇ ਇਜ਼ਰਾਈਲ ਦਾ ਰਾਜਭਾਲ ਕਰਦਾ ਹੈ? ਉਸਨੇ ਉਹਨਾਂ ਨੂੰ ਆਖਿਆ, ਤੁਹਾਡਾ ਕੰਮ ਨਹੀਂ ਭਾਈ ਉਹਨਾਂ ਸਮਿਆਂ ਤੇ ਵੇਲਿਆਂ ਨੂੰ ਜਾਣੋ ਜੋ ਪਿਤਾ ਨੇ ਆਪਣੇ ਵਸ ਵਿੱਚ ਰੱਖੇ ਹਨ, ਪਰ ਜਦ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸ਼ਕਤੀ ਪਾਓਗੇ ਅਤੇ ਯਰੂਸ਼ਲਮ ਸਾਰੇ ਯਹੂਦੀਆਂ ਅਤੇ ਸਾਮਰੀਆ ਵਿੱਚ ਸਗੋਂ ਧਰਤੀ ਦੇ ਬੰਨੇ ਤੀਕਰ ਮੇਰੇ ਗਵਾਹ ਹੋਵੋਗੇ। ਪਵਿੱਤਰ ਆਤਮਾ ਪਾਣ ਵਾਲਿਆਂ ਨਾਲ ਕੀ ਹੁੰਦਾ ਹੈ? ਉਹ ਸਾਮਰੀਆ ਤੇ ਧਰਤੀ ਦੇ ਬੰਨੇ ਤੀਕਰ ਮਸੀਹ ਦੇ ਗਵਾਹ ਦੇ ਰੂਪ ਵਿੱਚ ਮਸੀਹ ਦੀ ਗਵਾਹੀ ਦੇਣ ਲਈ ਉਤਸੁਕ ਹੁੰਦੇ ਹਨ। ਆਓ ਅਸੀਂ ਆਇਤ 8 ਵਿੱਚ ਦਿੱਤੇ ਗਏ ਸ਼ਬਦਾਂ ਤੇ ਗੌਰ ਕਰੀਏ। ਜਾਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਤਦ ਕੀ ਹੋਵੇਗਾ? ਤੁਸੀਂ ਸ਼ਕਤੀ ਪਾਓਗੇ ਅਤੇ ਯਰੂਸ਼ਲਮ ਅਰ ਸਾਰੇ ਯਹੂਦੀਆ ਅਤੇ ਸਾਮਰੀਆ ਵਿੱਚ ਸਗੋਂ ਧਰਤੀ ਦੇ ਬੰਨੇ ਤੀਕਰ ਕੀ ਹੋਵੋਗੇ? ਮੇਰੇ ਗਵਾਹ ਹੋਵੋਗੇ। ਮਸੀਹ ਦੇ ਗਵਾਹ ਬਣਨ ਲਈ ਕਿਸ ਤਰ੍ਹਾਂ ਦਾ ਕੰਮ ਇਸ ਨੂੰ ਸੰਭਵ ਬਣਾਉਂਦਾ ਹੈ? ਸਿਰਫ ਖੁਸ਼ਖਬਰੀ ਦੇ ਦੁਆਰਾ ਹੀ ਇਸ ਤਰ੍ਹਾਂ ਦਾ ਕੰਮ ਸੰਭਵ ਹੋ ਸਕਦਾ ਹੈ। ਜੋ ਪਵਿੱਤਰ ਆਤਮਾ ਪ੍ਰਾਪਤ ਕਰਦਾ ਹੈ ਇਹ ਕਿਸੇ ਦੂਸਰੇ ਦੀ ਮੰਗ ਕਰਕੇ ਨਹੀਂ, ਪਰ ਕੁਦਰਤੀ ਰੂਪ ਨਾਲ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ ਮਜਬੂਰ ਹੁੰਦਾ ਹੈ। ਇਸੇ ਲਈ ਪਰਮੇਸ਼ਵਰ ਨੇ ਡੇਰਿਆਂ ਦੇ ਪਰਵ ਦਾ ਪ੍ਰਚਾਰ ਹਫਤਾ ਨਿਯੁਕਤ ਕੀਤਾ ਅਤੇ ਸਾਡੇ ਲਈ ਪਰਬ ਦੇ ਪਹਿਲੇ ਦਿਨ ਤੋਂ ਆਖਰੀ ਦਿਨ ਤੱਕ ਪ੍ਰਚਾਰ ਕਰਨ ਦਾ ਰਾਹ ਖੋਲ੍ਹਿਆ। ਇਸ ਲਈ ਡੇਰਿਆਂ ਦੇ ਪਰਬ ਦੇ ਇਸ ਪ੍ਰਚਾਰ ਹਫਤੇ ਦੌਰਾਨ ਆਓ ਅਸੀਂ ਸਾਮਰੀਆ ਤੇ ਧਰਤੀ ਦੇ ਬੰਨੇ ਤੀਕਰ ਖੁਸ਼ਖਬਰੀ ਦਾ ਪ੍ਰਚਾਰ ਕਰਕੇ ਪਵਿੱਤਰ ਆਤਮਾ ਦਾ ਅੰਦੋਲਨ ਕਰੀਏ। ਹੁਣ ਆਓ ਅਸੀਂ 2000 ਸਾਲ ਪਹਿਲਾਂ ਪੈਂਤੇਕੁਸਤ ਦੇ ਦਿਨ ਹੋਈ ਪਹਿਲੇ ਚੇਤ ਦੀ ਸਥਿਤੀ ਵੱਲ ਧਿਆਨ ਦੇਈਏ।
ਜਿਸ ਨੇ ਪਹਿਲੇ ਮੀਂਹ ਦਾ ਪਵਿੱਤਰ ਆਤਮਾ ਪ੍ਰਾਪਤ ਕੀਤਾ। ਆਓ ਅਸੀਂ ਪਵਿੱਤਰ ਆਤਮਾ ਪ੍ਰਾਪਤ ਕਰਨ ਤੋਂ ਬਾਅਦ ਰਸੂਲਾਂ ਦੇ ਯੁੱਗ ਦੀਆਂ ਚਰਚਾਂ ਵਿੱਚ ਹੋਈ ਤਬਦੀਲੀ ਦੀ ਜਾਂਚ ਕਰੀਏ। ਆਓ ਅਸੀਂ ਰਸੂਲਾਂ ਦੇ ਕਰਤਬ ਅਧਿਆਇ 2 ਵਚਨ 41 ਦੇਖੀਏ। ਸੋ ਜਿਨ੍ਹਾਂ ਉਹਦੀ ਗੱਲ ਮੰਨ ਲਈ, ਉਹਨਾਂ ਨੇ ਬਪਤਿਸਮਾ ਲਿਆ ਅਤੇ ਉਸੇ ਦਿਨ ਕੀ ਹੋਇਆ? 3,000 ਜਣੇ ਉਹਨਾਂ ਵਿੱਚ ਰਲ ਗਏ ਅਤੇ ਉਹ ਲਗਾਤਾਰ ਰਸੂਲਾਂ ਦੀ ਸਿੱਖਿਆ ਅਤੇ ਸੰਗਤ ਵਿੱਚ ਅਤੇ ਰੋਟੀ ਤੋੜਨ ਨਾਲ ਪ੍ਰਾਰਥਨਾ ਕਰਨ ਵਿੱਚ ਲੱਗੇ ਰਹੇ। ਪਵਿੱਤਰ ਆਤਮਾ ਪ੍ਰਾਪਤ ਕਰਨ ਤੋਂ ਬਾਅਦ ਪਤਰਸ ਹਰ ਦੇਸ਼ ਦੇ ਲੋਕਾਂ ਸਾਹਮਣੇ ਖੜਾ ਹੋਇਆ ਅਤੇ ਦਲੇਰੀ ਨਾਲ ਯੀਸ਼ੂ ਮਸੀਹ ਬਾਰੇ ਪ੍ਰਚਾਰ ਕੀਤਾ। ਪਵਿੱਤਰ ਆਤਮਾ ਦੀ ਲਹਿਰ ਇਸ ਮਹਾਨ ਕਾਰਜ ਨਾਲ ਸ਼ੁਰੂ ਹੋਈ, ਜਿਸ ਦੇ ਨਤੀਜੇ ਵਜੋਂ ਉਸੇ ਦਿਨ ਉਹਨਾਂ ਦੀ ਸੰਖਿਆ ਲਗਭਗ 3,000 ਹੋ ਗਈ। ਇਹਨਾਂ ਸਾਰੇ ਲੋਕਾਂ ਨੇ ਤੋਬਾ ਕੀਤੀ ਅਤੇ ਪਰਮੇਸ਼ਵਰ ਦੀਆਂ ਬਾਹਾਂ ਵਿੱਚ ਮੁੜ ਆਏ। ਅਸੀਂ ਕਹਿ ਸਕਦੇ ਹਾਂ ਕਿ ਪਵਿੱਤਰ ਆਤਮਾ ਦੀ ਗਤੀ ਦੀ ਸ਼ੁਰੂਆਤ ਰਸੂਲਾਂ ਦੇ ਕਰਤਬ ਦੇ ਅਧਿਆਇ 2 ਵਿੱਚ ਪ੍ਰਗਟ ਹੁੰਦੀ ਹੈ। ਆਓ ਅਸੀਂ ਰਸੂਲਾਂ ਦੇ ਕਰਤਬ ਅਧਿਆਇ 2 ਵਚਨ 46 ਤੇ ਜਾਈਏ। ਹਰ ਦਿਨੋ ਦਿਨ ਇੱਕ ਮਨ ਹੋ ਕੇ ਹੈਕਲ ਵਿੱਚ ਲਗਾਤਾਰ ਰਹਿੰਦੇ ਅਤੇ ਘਰੀ ਰੋਟੀ ਤੋੜਦੇ, ਉਹ ਖੁਸ਼ੀ ਅਤੇ ਸਿੱਧੇ ਮਨ ਨਾਲ ਭੋਜਨ ਛਕਦੇ ਸਨ ਅਤੇ ਪਰਮੇਸ਼ਵਰ ਦੀ ਉਸਤਤ ਕਰਦੇ ਸਨ ਔਰ ਸਾਰਿਆਂ ਲੋਕਾਂ ਨੂੰ ਪਿਆਰੇ ਸਨ। ਅਤੇ ਪ੍ਰਭੂ ਦਿਨੋ ਦਿਨ ਉਹਨਾਂ ਨੂੰ ਜਿਹੜੇ ਬਚਾਏ ਜਾਂਦੇ ਸਨ ਉਹਨਾਂ ਵਿੱਚ ਰਲਾਉਂਦਾ ਸੀ। 3,000 ਲੋਕਾਂ ਨੇ ਬਪਤਿਸਮਾ ਲਿਆ ਅਤੇ ਅਣਗਿਣਤ ਆਤਮਾਵਾਂ ਦਿਨੋ ਦਿਨ ਸੱਚਾਈ ਪ੍ਰਾਪਤ ਕਰ ਰਹੀਆਂ ਸੀ। ਇਹ ਪਵਿੱਤਰ ਆਤਮਾ ਦਾ ਅੰਦੋਲਨ ਹੈ। ਪੈਂਤੇਕੋਸਤ ਦੇ ਦਿਨ ਤੋਂ ਬਾਅਦ ਵੀ ਅਜਿਹੇ ਕਿਰਪਾਪੂਰਨ ਕੰਮ ਲਗਾਤਾਰ ਹੋਏ। ਰਸੂਲਾਂ ਦੇ ਕਰਤਬ ਅਧਿਆਇ 4 ਵਚਨ 1 ਵਿੱਚ ਇਹ ਲਿਖਿਆ ਹੈ, ਜਾਂ ਉਹ ਲੋਕਾਂ ਨਾਲ ਬਚਨ ਕਰ ਰਹੇ ਸਨ ਤਾਂ ਜਾਜਕ, ਹੈਕਲ ਦਾ ਸਰਦਾਰ ਅਤੇ ਸਦੂਕੀ ਉਹਨਾਂ ਉੱਤੇ ਚੜ੍ਹ ਆਏ, ਕਿਉਂ ਜੋ ਉਹ ਇਸ ਗੱਲ ਤੋਂ ਚਿੜ ਗਏ ਭਾਈ ਉਹ ਲੋਕਾਂ ਨੂੰ ਸਿਖਾਉਂਦੇ ਅਤੇ ਯੀਸ਼ੂ ਦਾ ਪ੍ਰਮਾਣ ਦੇ ਕੇ ਮੋਇਆਂ ਦੇ ਜੀ ਉੱਠਣ ਦਾ ਉਪਦੇਸ਼ ਕਰਦੇ ਸਨ ਅਤੇ ਉਹਨਾਂ ਤੇ ਹੱਥ ਪਾ ਕੇ ਦੂਏ ਦਿਨ ਤੀਕਰ ਹਵਾਲਾਤ ਵਿੱਚ ਰੱਖਿਆ, ਕਿਉਂ ਜੋ ਹੁਣ ਸਾਂਝ ਪੈ ਗਈ ਸੀ। ਪਰ ਉਹਨਾਂ ਵਿੱਚੋਂ ਜਿਨ੍ਹਾਂ ਬਚਨ ਸੁਣਿਆ ਸੀ ਬਹੁਤਿਆਂ ਨੇ ਨਿਚਾ ਕੀਤੀ ਅਤੇ ਉਹਨਾਂ ਮਨੁੱਖਾਂ ਦੀ ਗਿਣਤੀ ਕਿੰਨੀ? 5,000 ਹੋ ਗਈ। ਜਿੱਥੇ ਵੀ ਪਵਿੱਤਰ ਆਤਮਾ ਦੀ ਗਤੀ ਉਤਸ਼ਾਹ ਨਾਲ ਫੈਲ ਗਈ, ਉੱਥੇ ਖੁਸ਼ਖਬਰੀ ਦੇ ਬਹੁਤ ਸਾਰੇ ਕਿਰਪਾਪੂਰਨ ਕੰਮ ਹੁੰਦੇ ਰਹੇ। ਆਓ ਅਸੀਂ ਆਇਤ 31 ਉੱਤੇ ਜਾਈਏ। ਜਦੋਂ ਬੇਨਤੀ ਕਰ ਹਟੇ ਤਾਂ ਉਹ ਤਾਂ ਜਿੱਥੇ ਉਹ ਇਕੱਠੇ ਹੋਏ ਸਨ ਹਿਲ ਗਿਆ ਅਤੇ ਸਭੋ ਪਵਿੱਤਰ ਆਤਮਾ ਨਾਲ ਭਰਪੂਰ ਹੋ ਗਏ ਔਰ ਉਹ ਕੀ ਕਰਨ ਲੱਗੇ? ਪਰਮੇਸ਼ਵਰ ਦਾ ਬਚਨ ਦਲੇਰੀ ਨਾਲ ਸੁਣਾਉਣ ਲੱਗੇ। ਇੱਥੇ ਵੀ ਅਸੀਂ ਵੇਖ ਸਕਦੇ ਹਾਂ ਕਿ ਜਿਵੇਂ ਲੋਕ ਪਵਿੱਤਰ ਆਤਮਾ ਨਾਲ ਭਰ ਗਏ, ਉਹ ਦਲੇਰੀ ਨਾਲ ਪਰਮੇਸ਼ਵਰ ਦੇ ਬਚਨ ਨੂੰ ਬੋਲਦੇ ਰਹੇ। ਇਸ ਨਾਲ ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ ਪਵਿੱਤਰ ਆਤਮਾ ਦਿੱਤੇ ਜਾਣ ਤੋਂ ਬਾਅਦ ਪ੍ਰਚਾਰ ਦਾ ਮਹਾਨ ਕੰਮ ਕੀਤਾ ਜਾਂਦਾ ਹੈ। ਬਾਈਬਲ ਕਹਿੰਦੀ ਹੈ ਕਿ ਲੋਕ ਪਵਿੱਤਰ ਆਤਮਾ ਨਾਲ ਭਰੇ ਹੋਏ ਲੋਕ ਦਲੇਰੀ ਨਾਲ ਪਰਮੇਸ਼ਵਰ ਦੇ ਬਚਨ ਦਾ ਪ੍ਰਚਾਰ ਕਰਨ ਵਿੱਚ ਸਮਰਥੀ ਹਨ। ਆਓ ਆਇਤ 19 ਤੇ ਦੁਬਾਰਾ ਵਿਚਾਰ ਕਰੀਏ। ਜਦੋਂ ਅਜਿਹੇ ਕੰਮ ਕੀਤੇ ਗਏ ਤਦ ਰਸੂਲਾਂ ਅਤੇ ਪਹਿਲੇ ਚਰਚ ਦੇ ਮੈਂਬਰਾਂ ਵਿੱਚ ਕਿਸ ਤਰ੍ਹਾਂ ਦਾ ਵਿਸ਼ਵਾਸ ਸੀ ਕਿ ਉਹ 3,000 ਅਤੇ 5,000 ਲੋਕਾਂ ਨੂੰ ਖੁਸ਼ਖਬਰੀ ਸੁਣਾ ਸਕੇ। ਆਓ ਅਸੀਂ ਆਇਤ 19 ਨੂੰ ਵੇਖੀਏ। ਪਰ ਪਤਰਸ ਅਤੇ ਯਹੂਨਾ ਨੇ ਉਹਨਾਂ ਨੂੰ ਉੱਤਰ ਦਿੱਤਾ ਕਿ ਪਰਮੇਸ਼ਵਰ ਦੇ ਅੱਗੇ ਇਹ ਯੋਗ ਹੈ ਜੋ ਅਸੀਂ ਪਰਮੇਸ਼ਵਰ ਨਾਲੋਂ ਤੁਹਾਡੀ ਬਹੁਤੀ ਸੁਣੀਏ। ਤੁਸੀਂ ਆਪੇ ਫੈਸਲਾ ਕਰੋ। ਜਦੋਂ ਫਰੀਸੀਆਂ ਅਤੇ ਪ੍ਰਬੰਧਕਾਂ ਨੇ ਉਸ ਨੂੰ ਯੀਸ਼ੂ ਦੇ ਨਾਮ ਤੋਂ ਪ੍ਰਚਾਰ ਨਾ ਕਰਨ ਦਾ ਹੁਕਮ ਦਿੱਤਾ ਤਾਂ ਪਤਰਸ ਅਤੇ ਯਹੂਨਾ ਨੇ ਹਿੰਮਤ ਨਾਲ ਉਹਨਾਂ ਦਾ ਸਾਹਮਣਾ ਕੀਤਾ ਕਿ ਪਰਮੇਸ਼ਵਰ ਦੇ ਅੱਗੇ ਇਹ ਯੋਗ ਹੈ ਜੋ ਅਸੀਂ ਪਰਮੇਸ਼ਵਰ ਨਾਲੋਂ ਤੁਹਾਡੀ ਬਹੁਤੀ ਸੁਣੀਏ। ਤੁਸੀਂ ਆਪੇ ਫੈਸਲਾ ਕਰੋ। ਕਿਉਂਕਿ ਉਹਨਾਂ ਕੋਲ ਬਹੁਤ ਵਿਸ਼ਵਾਸ ਸੀ, ਇਸ ਲਈ ਪਵਿੱਤਰ ਆਤਮਾ ਦੀ ਅੰਦੋਲਨ ਦੀ ਅੱਗ ਬੁਝੀ ਨਹੀਂ ਬਲਕਿ ਭੜਕ ਉੱਠੀ। ਪਵਿੱਤਰ ਆਤਮਾ ਦੇ ਅੰਦੋਲਨ ਦੀ ਇਹ ਅੱਗ ਜੋ ਪਹਿਲੇ ਚਰਚ ਵਿੱਚ ਪ੍ਰਗਟ ਹੋਈ ਸੀ, ਉਹ ਰਸੂਲਾਂ ਦੀ ਖੁਸ਼ਖਬਰੀ ਦੇ ਕੰਮ ਵਿੱਚ ਪ੍ਰਗਟ ਹੋਈ। ਰਸੂਲਾਂ ਦੇ ਕਰਤਬ ਅਧਿਆਇ 6 ਵਚਨ 6 ਵਿੱਚ ਲਿਖਿਆ ਹੈ, ਅਤੇ ਉਹਨਾਂ ਨੂੰ ਰਸੂਲਾਂ ਦੇ ਅੱਗੇ ਖੜਾ ਕੀਤਾ ਅਤੇ ਉਹਨਾਂ ਨੇ ਪ੍ਰਾਰਥਨਾ ਕਰਕੇ ਉਹਨਾਂ ਉੱਤੇ ਹੱਥ ਰੱਖੇ ਤਾਂ ਪਰਮੇਸ਼ਵਰ ਦਾ ਬਚਨ ਫੈਲਦਾ ਗਿਆ ਔਰ ਯਰੂਸ਼ਲਮ ਦੇ ਵਿੱਚ ਚੇਲਿਆਂ ਦੀ ਗਿਣਤੀ ਕੀ ਹੋਇਆ? ਬਹੁਤ ਵੱਧਦੀ ਜਾਂਦੀ ਸੀ ਅਤੇ ਬਹੁਤ ਸਾਰੇ ਜਾਜਕ ਉਸ ਮਤ ਦੇ ਮੰਨਣ ਵਾਲੇ ਹੋ ਗਏ। ਜਦੋਂ ਪਵਿੱਤਰ ਆਤਮਾ ਦਾ ਅੰਦੋਲਨ ਜਾਰੀ ਰਿਹਾ ਤਦ ਜਾਜਕ ਵੀ ਜੋ ਯੀਸ਼ੂ ਨੂੰ ਸਿਰਫ ਇੱਕ ਤਰਖਾਨ ਅਤੇ ਯੂਸਫ ਅਤੇ ਮਰੀਮ ਦੇ ਪੁੱਤਰ ਵਜੋਂ ਵਿਸ਼ਵਾਸ ਕਰਦੇ ਸੀ, ਉਹਨਾਂ ਨੇ ਉਸ ਨੂੰ ਸਰੀਰ ਵਿੱਚ ਆਏ ਪਰਮੇਸ਼ਵਰ ਦੇ ਰੂਪ
ਸਵੀਕਾਰਨਾ ਸ਼ੁਰੂ ਕੀਤਾ। ਪਵਿੱਤਰ ਆਤਮਾ ਦੇ ਅਜਿਹੇ ਸ਼ਾਨਦਾਰ ਕੰਮ ਜਾਰੀ ਰਹਿਣਗੇ। ਰਸੂਲਾਂ ਦੇ ਕਰਤੱਵ ਅਧਿਆਇ 5 ਵਚਨ 12 ਵਿੱਚ ਲਿਖਿਆ ਹੈ, ਰਸੂਲਾਂ ਦੇ ਹੱਥੋਂ ਬਹੁਤ ਸਾਰਿਆਂ ਨਿਸ਼ਾਨ ਅਰ ਅਚੰਭੇ ਲੋਕਾਂ ਵਿੱਚ ਪ੍ਰਗਟ ਹੋਏ ਅਤੇ ਉਹ ਸਭੋ ਇੱਕ ਮਨ ਹੋ ਕੇ ਸੁਲੇਮਾਨ ਦੇ ਦਲਾਨ ਵਿੱਚ ਸਨ। ਹੋਰਨਾਂ ਵਿੱਚ ਕਿਸੇ ਦਾ ਹਿਆਉ ਨਾ ਪਿਆ ਜੋ ਉਹਨਾਂ ਦੀ ਸੰਗਤ ਕਰੇ, ਪਰ ਲੋਕ ਉਹਨਾਂ ਦੀ ਵਡਿਆਈ ਕਰਦੇ ਸਨ ਅਤੇ ਹੋਰ ਨੇਚਾਵਾਨ ਵੀ, ਨਾਲੇ ਮਨੁੱਖ ਅਤੇ ਤੀਵੀਆਂ ਟੋਲੀਆਂ ਦੀਆਂ ਟੋਲੀਆਂ ਪ੍ਰਭੂ ਨਾਲ ਮਿਲਦੀਆਂ ਜਾਂਦੀਆਂ ਸਨ। ਉਸਨੇ ਦਲੇਰੀ ਨਾਲ ਇਹਦਾ ਪ੍ਰਚਾਰ ਕੀਤਾ ਕਿ ਉਹਨਾਂ ਨੂੰ ਇਸ ਸੱਚਾਈ ਤੋਂ ਮੁਕਤੀ ਮਿਲੇਗੀ ਕਿ ਯੀਸ਼ੂ ਮਸੀਹ ਹੈ ਅਤੇ ਮੁਕਤੀ ਪ੍ਰਾਪਤ ਕਰਨ ਲਈ ਯੀਸ਼ੂ ਤੇ ਵਿਸ਼ਵਾਸ ਕਰੋ। ਦਿਨ ਪ੍ਰਤੀ ਦਿਨ ਸੱਚ ਦੇ ਪ੍ਰਚਾਰ ਨੂੰ ਜਾਰੀ ਰੱਖਦੇ ਹੋਏ ਉਹਨਾਂ ਵਿੱਚ ਲਗਭਗ 3000 ਅਤੇ 5000 ਵੀ ਸ਼ਾਮਿਲ ਕੀਤੇ ਗਏ। ਪਵਿੱਤਰ ਆਤਮਾ ਦੇ ਅਭਿਆਨ ਨੇ ਇਸ ਤਰ੍ਹਾਂ ਦੇ ਹੈਰਾਨੀਜਨਕ ਕੰਮਾਂ ਨੂੰ ਕੀਤਾ ਅਤੇ ਬਹੁਤ ਸਾਰੀਆਂ ਆਤਮਾਵਾਂ ਨੂੰ ਤੋਬਾ ਕਰਨ ਵੱਲ ਅਗਵਾਈ ਕੀਤੀ। ਜਦੋਂ ਉਹਨਾਂ ਨੇ ਦਲੇਰੀ ਨਾਲ ਖੁਸ਼ਖਬਰੀ ਦਾ ਪ੍ਰਚਾਰ ਕੀਤਾ, ਉਹਨਾਂ ਦੀ ਸੰਖਿਆ ਵਿੱਚ ਵੱਧ ਤੋਂ ਵੱਧ ਲੋਕ ਸ਼ਾਮਲ ਕੀਤੇ ਗਏ। ਕਿ ਇਸ ਦਾ ਇਹ ਮਤਲਬ ਨਹੀਂ ਹੈ ਕਿ ਉਹਨਾਂ ਨੇ ਪਰਮੇਸ਼ਵਰ ਦੇ ਸ਼ੁਭ ਸੰਦੇਸ਼ ਨੂੰ ਉਤਸ਼ਾਹ ਨਾਲ ਫੈਲਾਇਆ। ਬਹੁਤ ਸਾਰੇ ਲੋਕਾਂ ਨੂੰ ਉਤਸ਼ਾਹ ਨਾਲ ਪ੍ਰਚਾਰ ਕਰਨ ਲਈ ਉਹਨਾਂ ਨੂੰ ਕਿਹੜੀ ਗੱਲ ਨੇ ਪ੍ਰੇਰਿਤ ਕੀਤਾ? ਉਹ ਪਵਿੱਤਰ ਆਤਮਾ ਸੀ। ਆਓ ਅਸੀਂ ਰਸੂਲਾਂ ਦੇ ਕਰਤੱਵ ਅਧਿਆਇ 9 ਵਚਨ 31 ਦੇਖੀਏ। ਸੋ ਸਾਰੇ ਯਹੂਦੀਆਂ ਅਤੇ ਗਲੀਲ ਅਤੇ ਸਾਮਰੀਆ ਵਿੱਚ ਕਲੀਸਿਆ ਨੇ ਸੁੱਖ ਪਾਇਆ ਅਤੇ ਬਾਂਦੀ ਗਈ ਅਤੇ ਪ੍ਰਭੂ ਦੇ ਭੋਂ ਅਤੇ ਪਵਿੱਤਰ ਆਤਮਾ ਦੀ ਤਸੱਲੀ ਵਿੱਚ ਚੱਲਦਿਆਂ ਹੋਇਆ ਕਿ ਵੱਧਦੀ ਜਾਂਦੀ ਸੀ। ਸਿਰਫ ਬਹੁਤ ਸਾਰੇ ਹੀ ਨਹੀਂ, ਬਲਕਿ ਵੱਧ ਤੋਂ ਵੱਧ ਲੋਕ ਉਹਨਾਂ ਦੀ ਸੰਖਿਆ ਵਿੱਚ ਸ਼ਾਮਲ ਹੋਏ। ਅਸੀਂ ਇਸ ਤਰ੍ਹਾਂ ਦਾ ਵੇਰਵਾ ਪੂਰੀ ਬਾਈਬਲ ਵਿੱਚ ਲਗਾਤਾਰ ਦੇਖ ਸਕਦੇ ਹਾਂ। ਸੰਤਾਂ ਦੇ ਉਤਸੁਕ ਖੁਸ਼ਖਬਰੀ ਦੇ ਕੰਮ ਦੇ ਦੁਆਰਾ ਖੁਸ਼ਖਬਰੀ ਵੱਧਦੀ ਗਈ, ਸਾਮਰੀਆ ਵਿੱਚ ਅਤੇ ਧਰਤੀ ਦੇ ਬੰਨੇ ਤੀਕਰ ਫੈਲ ਗਈ। ਇਹ ਸਭ ਪਵਿੱਤਰ ਆਤਮਾ ਦੇ ਅੰਦੋਲਨ ਦਾ ਨਤੀਜਾ ਸੀ। ਆਓ ਅਸੀਂ ਰਸੂਲਾਂ ਦੇ ਕਰਤੱਵ ਦੇ 11ਵੇਂ ਅਧਿਆਇ ਤੇ ਜਾ ਕੇ ਆਇਤ 19 ਨੂੰ ਵੇਖੀਏ। ਉਪਰੰਤ ਉਹ ਲੋਕ ਜਿਹੜੇ ਉਸ ਵਿਪਤਾ ਤੋਂ ਜੋ ਇਸ ਤੂਫਾਨ ਦੇ ਕਾਰਨ ਹੋਈ ਸੀ ਛਿੰਨ-ਬਿੰਨ ਹੋ ਗਏ ਸਨ, ਉਹ ਫੈਨੀਕੇ ਅਤੇ ਕੁਪਰੁਸ ਅਤੇ ਅੰਤਾਕਿਆ ਤੀਕਰ ਫਿਰਦਿਆਂ ਹੋਇਆਂ ਯਹੂਦੀਆਂ ਤੋਂ ਬਿਨਾਂ ਹੋਰ ਕਿਸੇ ਨੂੰ ਬਚਨ ਨਹੀਂ ਸੁਣਾਉਂਦੇ। ਪਰ ਉਹਨਾਂ ਵਿੱਚੋਂ ਕਈ ਕੁਪਰੁਸ ਅਰ ਕੁਰੇਨੇ ਦੇ ਮਨੁੱਖ ਸਨ, ਜਿਨ੍ਹਾਂ ਅੰਤਾਕਿਆ ਵਿੱਚ ਆਣ ਕੇ ਪ੍ਰਭੂ ਯੀਸ਼ੂ ਦੀ ਖੁਸ਼ਖਬਰੀ ਸੁਣਾਉਂਦੇ ਹੋਏ ਯੂਨਾਨੀਆਂ ਨਾਲ ਵੀ ਗੱਲਾਂ ਕੀਤੀਆਂ ਅਤੇ ਪ੍ਰਭੂ ਦਾ ਹੱਥ ਉਹਨਾਂ ਦੇ ਨਾਲ ਸੀ ਅਤੇ ਬਾਹਲੇ ਲੋਕ ਨੇਚਾ ਕਰਕੇ ਪ੍ਰਭੂ ਦੇ ਵੱਲ ਫਿਰੇ। ਇੱਥੇ ਅਸੀਂ ਬਾਹਲੇ ਲੋਕ ਇਸ ਗੱਲ ਨੂੰ ਵੇਖ ਸਕਦੇ ਹਾਂ, ਬਹੁਤ ਸਾਰੇ ਵਿਸ਼ਵਾਸ ਕਰਕੇ ਪ੍ਰਭੂ ਵੱਲ ਮੁੜੇ। ਇਹ ਵਚਨ ਸਾਨੂੰ ਅੰਤਾਕਿਆ ਵਿੱਚ ਚਰਚ ਦੁਆਰਾ ਪਵਿੱਤਰ ਆਤਮਾ ਦੇ ਅੰਦੋਲਨ ਦੀ ਇੱਕ ਹੋਰ ਉਦਾਹਰਨ ਦਿਖਾਉਂਦਾ ਹੈ। ਜਦੋਂ ਵੀ ਚੇਲਿਆਂ ਨੇ ਖੁਸ਼ਖਬਰੀ ਦਾ ਪ੍ਰਚਾਰ ਕੀਤਾ, ਤਦ ਵੱਧ ਤੋਂ ਵੱਧ ਲੋਕ ਵਿਸ਼ਵਾਸ ਕਰਨ ਲੱਗੇ। ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਬਹੁਤ ਸਾਰੇ ਲੋਕਾਂ ਨੇ ਯੀਸ਼ੂ ਨੂੰ ਮਸੀਹ ਦੇ ਰੂਪ ਵਿੱਚ ਸਵੀਕਾਰ ਕਰਦੇ ਹੋਏ ਆਪਣੇ ਦਿਲਾਂ ਨੂੰ ਖੋਲ੍ਹਿਆ ਅਤੇ ਉਹਨਾਂ ਦੀਆਂ ਸਿੱਖਿਆਵਾਂ ਦੀ ਪਾਲਣਾ ਕੀਤੀ। ਹਾਲਾਂਕਿ ਇਸ ਅੰਤਿਮ ਯੁੱਗ ਵਿੱਚ ਜੋ ਖੁਸ਼ਖਬਰੀ ਦਾ ਕੰਮ ਪੂਰਾ ਕੀਤਾ ਜਾਣਾ ਚਾਹੀਦਾ ਹੈ, ਉਹ ਪਹਿਲੇ ਚਰਚ ਦੀ ਤੁਲਨਾ ਵਿੱਚ ਬਹੁਤ ਵੱਡਾ ਹੈ। ਆਓ ਅਸੀਂ ਰਸੂਲਾਂ ਦੇ ਕਰਤੱਵ ਅਧਿਆਇ 11 ਵਚਨ 19 ਨੂੰ ਇੱਕ ਵਾਰ ਫਿਰ ਦੇਖੀਏ। ਉਪਰੰਤ ਉਹ ਲੋਕ ਜਿਹੜੇ ਉਸ ਵਿਪਤਾ ਤੋਂ ਜੋ ਇਸ ਤੂਫਾਨ ਦੇ ਕਾਰਨ ਹੋਈ ਸੀ ਛਿੰਨ-ਬਿੰਨ ਹੋ ਗਏ ਸਨ, ਉਹ ਫੈਨੀਕੇ ਅਤੇ ਕੁਪਰੁਸ ਅਤੇ ਅੰਤਾਕਿਆ ਤੀਕਰ ਫਿਰਦਿਆਂ ਹੋਇਆਂ ਯਹੂਦੀਆਂ ਤੋਂ ਬਿਨਾਂ ਹੋਰ ਕਿਸੇ ਨੂੰ ਬਚਨ ਨਹੀਂ ਸੁਣਾਉਂਦੇ। ਉਹਨਾਂ ਵਿੱਚੋਂ ਕਈ ਕੁਪਰੁਸ ਅਰ ਕੁਰੇਨੇ ਦੇ ਮਨੁੱਖ ਸਨ, ਜਿਨ੍ਹਾਂ ਅੰਤਾਕਿਆ ਵਿੱਚ ਆਣ ਕੇ ਪ੍ਰਭੂ ਯੀਸ਼ੂ ਦੀ ਖੁਸ਼ਖਬਰੀ ਸੁਣਾਉਂਦੇ ਹੋਏ ਯੂਨਾਨੀਆਂ ਨਾਲ ਵੀ ਗੱਲਾਂ ਕੀਤੀਆਂ ਅਤੇ ਪ੍ਰਭੂ ਦਾ ਹੱਥ ਉਹਨਾਂ ਦੇ ਨਾਲ ਸੀ ਅਤੇ ਬਾਹਲੇ ਲੋਕ ਨੇਚਾ ਕਰਕੇ ਪ੍ਰਭੂ ਦੇ ਵੱਲ ਫਿਰੇ। ਜਿਨ੍ਹਾਂ ਦ੍ਰਿਸ਼ਾਂ ਵਿੱਚ ਵੱਡੀ ਗਿਣਤੀ ਵਿੱਚ ਲੋਕ ਪਰਮੇਸ਼ਵਰ ਦੀਆਂ ਬਾਹਾਂ ਵੱਲ ਮੁੜੇ ਆਏ ਸੀ, ਉਹਨਾਂ ਨੂੰ ਲਗਾਤਾਰ ਰਸੂਲਾਂ ਦੀ ਖੁਸ਼ਖਬਰੀ ਦੇ ਕੰਮ ਦੁਆਰਾ ਵੇਖਿਆ ਜਾਂਦਾ ਹੈ। ਆਓ ਅਸੀਂ ਅਧਿਆਇ 13 ਉੱਤੇ ਜਾਈਏ। ਆਇਤ 46 ਵਿੱਚ ਇਹ ਲਿਖਿਆ ਹੈ, ਤਦ ਪੌਲੁਸ ਅਤੇ ਬਰਨਾਬਾਸ ਬੇਧੜਕ ਹੋ ਕੇ ਬੋਲੇ ਕਿ ਜ਼ਰੂਰ ਸੀ ਜੋ ਪਰਮੇਸ਼ਵਰ ਦਾ ਬਚਨ ਪਹਿਲਾਂ ਤੁਹਾਨੂੰ ਸੁਣਾਇਆ ਜਾਂਦਾ, ਪਰ ਜਿਸ ਕਰਕੇ ਤੁਸੀਂ ਉਹਨੂੰ ਆਪਣੇ ਕੋਲੋਂ ਰੱਦ ਕਰਦੇ ਅਤੇ ਆਪ ਨੂੰ ਸਦੀਪਕ ਜਿਉਣ ਦੇ ਯੋਗ ਨਹੀਂ ਸਮਝਦੇ ਹੋ, ਤਾਂ ਵੇਖੋ ਅਸੀਂ ਪਰਾਈਆਂ ਕੌਮਾਂ ਵੱਲ ਮੁੜਦੇ ਹਾਂ, ਕਿਉਂ ਜੋ ਪ੍ਰਭੂ ਨੇ ਸਾਨੂੰ ਇਉਂ ਹੁਕਮ ਦਿੱਤਾ ਹੈ, ਮੈਂ ਤੈਨੂੰ ਪਰਾਈਆਂ ਕੌਮਾਂ ਦੇ ਲਈ ਜੋ ਠਹਿਰਾਇਆ ਹੈ, ਭਾਈ ਤੂੰ ਧਰਤੀ ਦੇ ਬੰਨੇ ਤੀਕਰ ਮੁਕਤੀ ਦਾ ਕਾਰਨ ਹੋਵੇ। ਤਾਂ ਪਰਾਈਆਂ ਕੌਮਾਂ ਦੇ ਲੋਕ ਇਹ ਗੱਲਾਂ ਸੁਣ ਕੇ ਆਨੰਦ ਹੋਏ ਅਤੇ ਪਰਮੇਸ਼ਵਰ ਦੇ ਬਚਨ ਦੀ ਵਡਿਆਈ ਕਰਨ ਲੱਗੇ ਅਤੇ ਜਿੰਨੇ ਸਦੀਪਕ ਜਿਉਣ ਲਈ ਠਹਿਰਾਏ ਗਏ ਸਨ, ਉਹਨਾਂ ਕੀ ਕੀਤਾ? ਨੇਚਾ ਕੀਤੀ। ਆਪਣੇ ਆਲੇ ਦੁਆਲੇ ਦੇ ਲੋਕਾਂ ਬਾਰੇ ਸੋਚੋ। ਉਹਨਾਂ ਵਿੱਚੋਂ ਬਹੁਤੇ ਪਹਿਲਾਂ ਤੋਂ ਸਦੀਪਕ ਜੀਵਨ ਪ੍ਰਾਪਤ ਕਰਨ ਲਈ ਤੈਅ ਕੀਤੇ ਗਏ ਹਨ। ਹਾਲਾਂਕਿ ਉਹਨਾਂ ਵਿੱਚੋਂ ਬਹੁਤ ਸਾਰੇ ਅਜੇ ਵੀ ਇਸ ਸੱਚਾਈ ਨੂੰ ਜਾਣਦੇ ਹੋਏ
ਜਿਸ ਦਾ ਚਰਚੋਗੜ ਪ੍ਰਚਾਰ ਕਰ ਰਿਹਾ ਹੈ, ਇੱਧਰ ਉੱਧਰ ਭਟਕ ਰਹੇ ਹਨ। ਇਸ ਦਾ ਕਾਰਨ ਇਹ ਹੈ ਕਿ ਨਾ ਤਾਂ ਸਾਡੇ ਪੈਰ ਅਤੇ ਨਾ ਹੀ ਸਾਡੀ ਆਵਾਜ਼ ਅਜੇ ਤੱਕ ਉਹਨਾਂ ਤੱਕ ਪਹੁੰਚਣ ਲਈ ਕਾਫੀ ਹੈ। ਆਓ ਅਸੀਂ ਅਧਿਆਇ 16 ਆਇਤ 3 ਪੜ੍ਹੀਏ। ਪੌਲੁਸ ਨੇ ਚਾਹਿਆ ਭਾਈ ਇਹ ਮੇਰੇ ਨਾਲ ਚੱਲੇ, ਸੋ ਉਹਨਾਂ ਯਹੂਦੀਆਂ ਦੇ ਕਾਰਨ ਜਿਹੜੇ ਉਸ ਗਿਰਦੇ ਦੇ ਸਨ, ਉਹਨਾਂ ਨੂੰ ਲੈ ਕੇ ਉਹਨਾਂ ਦੀ ਸੁਨਨਤ ਕੀਤੀ, ਕਿਉਂ ਜੋ ਸਭੋ ਜਾਣਦੇ ਸਨ ਭਾਈ ਉਹਦਾ ਪਿਓ ਯੂਨਾਨੀ ਸੀ। ਉਹ ਨਗਰ ਨਗਰ ਫਿਰਦਿਆਂ ਹੋਇਆਂ ਉਹ ਹੁਕਮ ਜਿਹੜੇ ਯਰੂਸ਼ਲਮ ਵਿਚਲੇ ਰਸੂਲਾਂ ਅਤੇ ਬਜ਼ੁਰਗਾਂ ਨੇ ਠਹਿਰਾਏ ਸਨ ਮੰਨਣ ਲਈ ਉਹਨਾਂ ਨੂੰ ਸੌਂਪਦੇ ਗਏ। ਸੋ ਕਲੀਸਿਆ ਨੇਚਾ ਵਿੱਚ ਤਕੜੀਆਂ ਹੁੰਦੀਆਂ ਅਤੇ ਗਿਣਤੀ ਵਿੱਚ ਕੀ ਹੋਇਆ, ਦਿਨੋ ਦਿਨ ਵੱਧਦੀਆਂ ਗਈਆਂ। ਇਸ ਸੱਚ ਉੱਤੇ ਕਿ ਯੀਸ਼ੂ ਮਸੀਹ ਹੈ, ਵਿਸ਼ਵਾਸ ਕਰਨ ਵਾਲੇ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਪਵਿੱਤਰ ਆਤਮਾ ਦੇ ਅੰਦੋਲਨ ਦੁਆਰਾ ਇਹ ਹੋਇਆ ਸੀ। ਜਦੋਂ ਚੇਲਿਆਂ ਨੂੰ ਪੈਂਤੇਕੋਸਤ ਦੇ ਦਿਨ ਤੇ ਪਹਿਲੇ ਮੀਂਹ ਦਾ ਪਵਿੱਤਰ ਆਤਮਾ ਪ੍ਰਾਪਤ ਹੋਇਆ, ਫਿਰ ਪਰਮੇਸ਼ਵਰ ਨੇ ਕਿਹਾ ਕਿ ਆਖਰੀ ਦਿਨਾਂ ਵਿੱਚ ਪਹਿਲੀ ਮੀਂਹ ਦਾ ਪਵਿੱਤਰ ਆਤਮਾ ਆਖਰੀ ਮੀਂਹ ਦੀ ਤੁਲਨਾ ਵਿੱਚ 7 ਗੁਣਾ ਵਧੇਰੇ ਸ਼ਕਤੀਸ਼ਾਲੀ ਹੋਵੇਗਾ। ਫਿਰ ਕੀ ਸਾਨੂੰ 7 ਗੁਣਾ ਵਧੇਰੇ ਸ਼ਕਤੀਸ਼ਾਲੀ ਪਵਿੱਤਰ ਆਤਮਾ ਪ੍ਰਾਪਤ ਕਰਕੇ 7 ਗੁਣਾ ਵਧੇਰੇ ਸ਼ਕਤੀਸ਼ਾਲੀ ਰੂਪ ਨਾਲ ਸੱਚਾਈ ਦਾ ਐਲਾਨ ਨਹੀਂ ਕਰਨਾ ਚਾਹੀਦਾ? ਪਰਮੇਸ਼ਵਰ ਨੇ ਸਾਮਰੀਆ ਅਤੇ ਧਰਤੀ ਦੇ ਬੰਨੇ ਤੀਕਰ ਖੁਸ਼ਖਬਰੀ ਦੇ ਦਰਵਾਜ਼ੇ ਖੋਲ ਦਿੱਤੇ ਹਨ। ਪੈਂਤੇਕੋਸਤ ਉੱਤੇ ਦਿੱਤੇ ਗਏ ਪਹਿਲੇ ਮੀਂਹ ਦੇ ਪਵਿੱਤਰ ਆਤਮਾ ਦੁਆਰਾ ਇਹ ਖੁਸ਼ਖਬਰੀ ਇਜ਼ਰਾਈਲ ਅਤੇ ਇਸ ਦੇ ਗੁਆਂਢੀ ਖੇਤਰ ਵਿੱਚ ਏਸ਼ੀਆ ਮਾਈਨਰ, ਜੋ ਇਸ ਸਮੇਂ ਤੁਰਕੀ ਹੈ, ਅਤੇ ਯੂਰੋਪੀਅਨ ਪ੍ਰਦੇਸ਼ਾਂ ਵਿੱਚ ਜਿਵੇਂ ਕੁਰੰਥਸ ਅਤੇ ਇਟਲੀ ਵਿੱਚ ਫੈਲ ਗਿਆ। ਯੀਸ਼ੂ ਦੇ ਪਹਿਲੀ ਵਾਰ ਆਉਣ ਤੇ ਖੁਸ਼ਖਬਰੀ ਸਿਰਫ ਇਜ਼ਰਾਈਲ ਤੋਂ ਦੱਖਣੀ ਯੂਰਪ ਤੱਕ ਫੈਲ ਗਈ, ਪਰ ਹੁਣ ਇਹ ਪੂਰੀ ਦੁਨੀਆ ਵਿੱਚ ਫੈਲ ਰਹੀ ਹੈ। ਸਾਨੂੰ ਸਾਰਿਆਂ ਨੂੰ ਮਹਿਸੂਸ ਕਰਨ ਦੀ ਜ਼ਰੂਰਤ ਹੈ ਕਿ ਅਸੀਂ ਉਹਨਾਂ ਦੀ ਪਹਿਲੀ ਆਮਦ ਤੇ ਦਿੱਤੇ ਗਏ ਪਵਿੱਤਰ ਆਤਮਾ ਦੀ ਤੁਲਨਾ ਵਿੱਚ ਵਧੇਰੇ ਕਿਰਪਾ ਪ੍ਰਾਪਤ ਕਰ ਰਹੇ ਹਾਂ। ਇਸ ਲਈ ਸਾਨੂੰ ਡੇਰਿਆਂ ਦੇ ਪਰਵ ਦੇ ਪ੍ਰਚਾਰ ਹਫ਼ਤੇ ਦੌਰਾਨ ਪ੍ਰਚਾਰ ਕਰਨਾ ਚਾਹੀਦਾ ਹੈ। ਜਿਵੇਂ ਕਿ ਇੱਕ ਵਾਰ ਪਰਮੇਸ਼ਵਰ ਨੇ ਮੂਸਾ ਦੁਆਰਾ ਐਲਾਨ ਕੀਤਾ ਸੀ, ਉਸ ਦਿਨ ਤੱਕ ਜਦੋਂ ਤੱਕ ਪਰਮੇਸ਼ਵਰ ਇਹ ਐਲਾਨ ਨਹੀਂ ਕਰ ਦਿੰਦੇ ਕਿ ਅਸੀਂ ਮੰਦਰ ਲਈ ਹੋਰ ਸਮੱਗਰੀ ਨਹੀਂ ਲਿਆਉਣੀ, ਫਿਰ ਕਿ ਉਸ ਵੇਲੇ ਤੱਕ ਸਾਮਰੀਆ ਤੇ ਧਰਤੀ ਦੇ ਬੰਨੇ ਤੀਕਰ ਪਵਿੱਤਰ ਆਤਮਾ ਦੇ ਅੰਦੋਲਨ ਦੀ ਅੱਗ ਨਹੀਂ ਫੈਲਣੀ ਚਾਹੀਦੀ। ਆਓ ਅਸੀਂ ਮੱਤੀ ਅਧਿਆਇ 24 ਆਇਤ 13 ਦੇਖੀਏ। ਪਰ ਜਿਹੜਾ ਅੰਤ ਤੋੜੀ ਸਹੇਗਾ ਸੋ ਹੀ ਬਚਾਇਆ ਜਾਏਗਾ, ਅਤੇ ਰਾਜ ਦੀ ਇਸ ਖੁਸ਼ਖਬਰੀ ਦਾ ਪ੍ਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ, ਸੋ ਸਭ ਕੌਮਾਂ ਉੱਤੇ ਸਾਖੀ ਹੋਵੇ, ਤਦ ਅੰਤ ਆਵੇਗਾ। ਪਰਮੇਸ਼ਵਰ ਨੇ ਨਿਸ਼ਚਿਤ ਰੂਪ ਨਾਲ ਕਿਹਾ ਅਤੇ ਰਾਜ ਦੀ ਇਹ ਖੁਸ਼ਖਬਰੀ ਦਾ ਪ੍ਰਚਾਰ ਸਾਰੇ ਸੰਸਾਰ ਵਿੱਚ ਕੀਤਾ ਜਾਵੇਗਾ। ਖੁਸ਼ਖਬਰੀ ਦੀ ਕਿਸਮਤ ਇਹ ਹੈ ਕਿ ਇਸ ਨੂੰ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਪੂਰੀ ਦੁਨੀਆ ਵਿੱਚ ਸਾਰੇ ਦੇਸ਼ਾਂ ਵਿੱਚ ਪ੍ਰਚਾਰ ਕੀਤਾ ਜਾਣਾ ਚਾਹੀਦਾ ਹੈ। 2000 ਸਾਲ ਪਹਿਲਾਂ ਪਰਮੇਸ਼ਵਰ ਇਸ ਤੱਥ ਬਾਰੇ ਸਾਨੂੰ ਭਰੋਸਾ ਕਰਾਉਣ ਅਤੇ ਗਵਾਹੀ ਦੇਣ ਆਏ ਸੀ। ਉਹਨਾਂ ਨੇ ਕਿਹਾ ਇਹ ਖੁਸ਼ਖਬਰੀ ਦਾ ਨਤੀਜਾ ਜ਼ਰੂਰ ਇਸ ਤਰ੍ਹਾਂ ਹੋਵੇਗਾ। ਆਓ ਅਸੀਂ ਰੋਮੀਓ ਅਧਿਆਇ 10 ਆਇਤ 17 ਉੱਤੇ ਜਾਈਏ। ਸੋ ਪ੍ਰਤੀਤ ਸੁਣਨ ਨਾਲ ਅਤੇ ਸੁਣਨਾ ਮਸੀਹ ਦੇ ਬਚਨ ਤੋਂ ਆਉਂਦਾ ਹੈ। ਪਰ ਮੈਂ ਆਖਦਾ ਹਾਂ, ਭਲਾ ਉਹਨਾਂ ਨੇ ਨਾ ਸੁਣਿਆ? ਬੇਸ਼ੱਕ ਉਹਨਾਂ ਦਾ ਬੋਲ ਕੀ ਸਾਰੀ ਧਰਤੀ ਵਿੱਚ ਗਿਆ ਅਤੇ ਸੰਸਾਰ ਦੀਆਂ ਹੱਦਾਂ ਤੱਕ ਉਹਨਾਂ ਦੇ ਸ਼ਬਦ। ਯੀਸ਼ੂ ਨੇ ਸਾਨੂੰ ਸਿਖਾਇਆ ਹੈ ਕਿ ਪਰਮੇਸ਼ਵਰ ਦੇ ਵਚਨ ਸਿਰਫ ਇੱਕ ਜਗ੍ਹਾ ਤੱਕ ਸੀਮਿਤ ਨਹੀਂ ਰਹਿਣਗੇ। ਇਸ ਦੀ ਬਜਾਏ ਦੁਨੀਆ ਦੇ ਸਾਰੇ ਦੇਸ਼ਾਂ ਵਿੱਚ ਇਸ ਦਾ ਪ੍ਰਚਾਰ ਕੀਤਾ ਜਾਵੇਗਾ। ਮੇਰਾ ਮੰਨਣਾ ਹੈ ਕਿ ਸਾਨੂੰ ਪ੍ਰਚਾਰ ਕਰਨ ਲਈ 7 ਦਿਨ ਦੇਣ ਦੀ ਪਰਮੇਸ਼ਵਰ ਦੀ ਮਰਜ਼ੀ ਵਿੱਚ ਇੱਕ ਮਹੱਤਵਪੂਰਨ ਅਰਥ ਹੈ। ਠੀਕ ਜਿਵੇਂ ਯਹੋਸ਼ੂਆ ਦੇ ਸਮੇਂ ਵਿੱਚ ਇਜ਼ਰਾਈਲੀ 7 ਦਿਨਾਂ ਤੱਕ ਸ਼ਹਿਰ ਦੇ ਚਾਰੋਂ ਪਾਸੇ ਘੁੰਮੇ ਅਤੇ ਚਿল্ਲਾਏ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜੇਕਰ ਅਸੀਂ 7 ਦਿਨ ਲਈ ਜਿਸ ਕਿਸੇ ਨੂੰ ਵੀ ਮਿਲੀਏ, ਇੱਕ ਸਹਿਕਰਮੀ, ਸਹਿਪਾਠੀ, ਸਾਡੇ ਗੁਆਂਢੀ, ਜਾਣਨ ਵਾਲੇ ਜਾਂ ਆਪਣੇ ਦੋਸਤਾਂ ਨੂੰ ਜੀ ਭਰ ਕੇ ਇਸ ਖੁਸ਼ਖਬਰੀ ਦਾ ਪ੍ਰਚਾਰ ਕਰਾਂਗੇ, ਫਿਰ ਪਰਮੇਸ਼ਵਰ ਲੋਕਾਂ ਦੇ ਮਨਾਂ ਨੂੰ ਖੋਲ ਦੇਣਗੇ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਇਸ ਪਰਬ ਦੇ ਦੌਰਾਨ ਸਾਰੇ ਲੋਕ ਬਹੁਤਾਤ ਨਾਲ ਸੋਹਣੇ ਫਲਾਂ ਨੂੰ ਪੈਦਾ ਕਰਨਗੇ। ਆਓ ਅਸੀਂ ਇੱਕ ਹੋਰ ਵਚਨ ਪੜ੍ਹੀਏ ਅਤੇ ਉਪਦੇਸ਼ ਸਮਾਪਤ ਕਰੀਏ। ਯਸ਼ਾਇਆ ਅਧਿਆਇ 60 ਵਚਨ 1। ਉੱਠ, ਚਮਕ
ਤੇਰਾ ਚਾਨਣ ਜੋ ਆ ਗਿਆ ਹੈ ਅਤੇ ਯਹੋਵਾ ਦਾ ਪ੍ਰਤਾਪ ਜੋ ਤੇਰੇ ਉੱਤੇ ਚਮਕਿਆ ਹੈ। ਜਦੋਂ ਅਸੀਂ ਅਜਿਹਾ ਕਰਾਂਗੇ ਤਦ ਨਤੀਜਾ ਕੀ ਹੋਵੇਗਾ? ਵਚਨ 4, ਆਪਣੀਆਂ ਅੱਖਾਂ ਚੁੱਕ ਕੇ ਆਲੇ ਦੁਆਲੇ ਵੇਖ, ਉਹ ਸਭ ਦੇ ਸਭ ਇਕੱਠੇ ਹੁੰਦੇ, ਉਹ ਤੇਰੇ ਕੋਲ ਆਉਂਦੇ। ਤੇਰੇ ਪੁੱਤਰ ਦੂਰੋਂ ਆਉਣਗੇ ਅਤੇ ਤੇਰੀਆਂ ਧੀਆਂ ਕੁੱਛੜ ਚੁੱਕੀਆਂ ਜਾਣਗੀਆਂ, ਤਾਂ ਤੂੰ ਵੇਖੇਂਗੀ ਅਤੇ ਚਮਕੇਂਗੀ ਅਤੇ ਤੇਰਾ ਦਿਲ ਥਰ-ਥਰ ਕੰਬੇਗਾ ਤੇ ਫੁੱਲ ਜਾਵੇਗਾ, ਕਿਉਂ ਜੋ ਸਮੁੰਦਰ ਦੀ ਵਾਫਰੀ ਤੇਰੇ ਵੱਲ ਫਿਰੇਗੀ ਅਤੇ ਕੌਮਾਂ ਦਾ ਤਨ ਤੇਰੇ ਵੱਲ ਆਵੇਗਾ। ਆਓ ਅਸੀਂ ਵਚਨ 8 ਨਾਲ ਜਾਰੀ ਰੱਖੀਏ। ਇਹ ਕੌਣ ਹਨ ਜਿਹੜੇ ਬੱਦਲ ਵਾਂਗੂ ਉੱਡੇ ਆਉਂਦੇ ਹਨ, ਜਿਵੇਂ ਘੁੱਗੀਆਂ ਆਪਣੇ ਕਾਬੂਕਾਂ ਨੂੰ? ਹੁਣ ਵਚਨ 21 ਉੱਤੇ ਜਾਈਏ। ਤੇਰੇ ਸਾਰੇ ਲੋਕ ਧਰਮੀ ਹੋਣਗੇ, ਉਹ ਧਰਤੀ ਨੂੰ ਸਦਾ ਲਈ ਵਸ ਵਿੱਚ ਰੱਖਣਗੇ। ਮੇਰੀ ਲਾਈ ਹੋਈ ਲਗਨ, ਮੇਰੇ ਹੱਥਾਂ ਦਾ ਕੰਮ, ਭਈ ਮੈਂ ਸਜਾਇਆ ਜਾਵਾਂ। ਨਿੱਕਾ ਜਿਹਾ 1000 ਹੋ ਜਾਵੇਗਾ। ਹਰ ਦਿਨ ਚਰਚਾਂ ਦੀ ਸੰਖਿਆ ਵਿੱਚ ਵਾਧਾ ਹੋਇਆ। ਕੀ ਇਹ ਉਹ ਨਤੀਜਾ ਨਹੀਂ ਸੀ ਜੋ ਪਰਮੇਸ਼ਵਰ ਨੇ ਦਿੱਤਾ? ਕਿਉਂਕਿ ਉਹਨਾਂ ਨੇ ਪਵਿੱਤਰ ਆਤਮਾ ਦੇ ਅੰਦੋਲਨ ਦੇ ਦੌਰਾਨ ਪ੍ਰਚਾਰ ਕਰਨਾ ਜਾਰੀ ਰੱਖਿਆ। ਨਿੱਕਾ ਜਿਹਾ 1000 ਹੋ ਜਾਵੇਗਾ ਅਤੇ ਛੋਟਾ ਇੱਕ ਬਲਵੰਤ ਕੌਮ। ਮੈਂ ਯਹੋਵਾ ਵੇਲੇ ਸਿਰ ਇਹਨੂੰ ਛੇਤੀ ਕਰਾਂਗਾ। ਅਜਿਹਾ ਹੋਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ? ਇਹ ਉਦੋਂ ਹੁੰਦਾ ਹੈ ਜਦੋਂ ਅਸੀਂ ਸਾਰੇ ਜਾਗ ਉੱਠਦੇ ਹਾਂ ਅਤੇ ਪ੍ਰਕਾਸ਼ਮਾਨ ਹੁੰਦੇ ਹਾਂ। ਇਸ ਸਾਲ ਦੇ ਸਰਦੀਆਂ ਦੇ ਪਰਬਾਂ ਦੁਆਰਾ ਆਓ ਅਸੀਂ ਪਵਿੱਤਰ ਆਤਮਾ ਦੀ ਜ਼ਿਆਦਾ ਕਿਰਪਾ, ਆਸ਼ੀਸ਼ ਅਤੇ ਸ਼ਕਤੀ ਪ੍ਰਾਪਤ ਕਰੀਏ। ਪਵਿੱਤਰ ਆਤਮਾ ਦੀ ਸ਼ਕਤੀ ਦੇ ਅਨੁਸਾਰ ਜੋ ਸਾਨੂੰ ਪ੍ਰਾਪਤ ਹੋਈ, ਆਓ ਅਸੀਂ ਸਾਮਰੀਆ ਵਿੱਚ ਅਤੇ ਧਰਤੀ ਦੇ ਬੰਨੇ ਤੀਕਰ ਇਸ ਖੁਸ਼ਖਬਰੀ ਦਾ ਪ੍ਰਚਾਰ ਕਰੀਏ। ਮੈਂ ਤੁਹਾਨੂੰ ਸਾਰੇ ਸਿਯੋਨ ਦੇ ਪਰਿਵਾਰ ਦੇ ਮੈਂਬਰਾਂ ਨੂੰ ਕਹਿੰਦਾ ਹਾਂ, ਸਾਮਰੀਆ ਵਿੱਚ ਅਤੇ ਧਰਤੀ ਦੇ ਬੰਨੇ ਤੀਕਰ ਤੇਜ਼ੀ ਨਾਲ ਖੁਸ਼ਖਬਰੀ ਪ੍ਰਚਾਰ ਕਰੀਏ, ਤਾਂ ਜੋ ਅਸੀਂ ਪਿਤਾ ਜੀ ਦੇ ਜਲਦੀ ਆਉਣ ਲਈ ਕੋਸ਼ਿਸ਼ ਕਰ ਸਕੀਏ। ਇਸ ਦੇ ਦੁਆਰਾ ਮੈਂ ਇਹਦੇ ਉਪਦੇਸ਼ ਨੂੰ ਸਮਾਪਤ ਕਰਨਾ ਚਾਹੁੰਦਾ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ।